देश दुनिया च वसते पंजाबियों को खुशामदीद। मैं हरजिंदर सिंह रंधावा, तुस देख रहे हो पंजाब टैलीविजन और मेरे नाल ने सरदार नरिंदरपाल सिंह। सरदार साहब, मैं जागदियां अखां नाल सुपना देखिया, मेरे ख्वाबो ख्याल दे विच गणतंत्र दी परेड आ ते उहदे समानांतर ट्रैक्टरां दी परेड आ। देखो, गणतंत्र दिवस की परेड के मुखी हुंदे ने राष्ट्रपति संविधानक पोस्ट, लेकिन जिहड़ी ट्रैक्टर परेड है ਉਹਦੇ सामने कौन आ? ਤੁਹਾਡਾ ਮਤਲਬ ਸਲਾਮੀ ਕਿਹਨੂੰ ਮਿਲੂ? बिल्कुल जिन्ने ਢੱਠੀ जी पग बद्धी जी ते लोई दी बुक्कल मारी, बिल्कुल। ਉਹ ਕਿਸਾਨ नहीं, जे मोढे ते कई होवे ते ਉਹ ਉਹਦੇ ਤੋਂ ਵੀ ਉੱਪਰ ਹੋਵੇਗਾ। बिल्कुल। लेकिन दो खबरां होर ने जी। एक तां की भगवंत मान दी इनिंग ओवर हो रही, 2024 तक ते उਡੀਕ ਲਵੋ। नहीं मैनूं इंज लगदा कि ਉਹਦੇ ਕੋਲ ਦੋਹਰੀ ਭੂਮਿਕਾ है। जी एक तां आम आदमी पार्टी ਦੇ ਇਕਲੌਤੇ ਲੋਕ ਸਭਾ ਮੈਂਬਰ ਆ, बिल्कुल। ਲੇਕਿਨ ਦੂਜੇ ਬੰਨੇ पार्टी के प्रधान ने ਪੰਜਾਬ ਦੇ ਸਰਵੇ ਸਰਵਾ ਕਰਤਾ ਧਰਤਾ। जी। ਸੁਣਿਆ ਕਿ ਭਗਵੰਤ ਮਾਨ ਦੀ ਹੁਣ ਬਹੁਤੀ ਲੋੜ ਨਹੀਂ ਰਹੀ, अच्छा ਗੋਟੀਆਂ ਕਿਤੇ ਹੋਰ ਫਿੱਟ ਹੋ ਰਹੀਆਂ। जी ਤੇ ਇਸ ਤੋਂ ਤੀਜੀ ਗੱਲ ਜਿਹੜੀ ਅਤ ਅਹਿਮ ਆ, ਜਦੋਂ ਅਸੀਂ ਕਹਿੰਦੇ ਆ ਕਿ ਕਿਸਾਨੀ ਅੰਦੋਲਨ ਡਿਸਪਲਿਨਡ ਆ, जी ਜਦੋਂ ਅਸੀਂ ਗੱਲ ਕਰਦੇ ਆ ਕਿ अनुशासन दी ਜਾਬਤੇ 'ਚ, जी ਜਦੋਂ ਅਸੀਂ ਕਹਿੰਦੇ ਆ ਕਿ ਯਾਰ ਕੋਈ ਕੁਝ ਹੀ ਹਰਕਤ ਨਾ ਹੋਵੇ, बिल्कुल ਜਦੋਂ ਤੀਕਸ਼ਣ ਸੂਦ ਦੇ ਘਰ ਮੂਰੇ ਗੋਹਾ ਸੁੱਟਿਆ ਜਾਂਦਾ जी ਸਾਰੇ ਵਿਰੋਧ ਕਰਦੇ, जी ਜਦੋਂ ਟਾਵਰਾਂ ਦੀਆਂ ਲਾਈਟਾਂ ਭੰਨਤੋੜ ਹੁੰਦੀ ਆ ਉਦੋਂ ਕਿਸਾਨ ਜਥੇਬੰਦੀਆਂ ਉਥੋਂ ਅੰਦੋਲਨ ਚੋਂ ਬੋਲਦੀਆਂ ਜੀ। ਕਿ ਅਸੀਂ ਨਹੀਂ ਕਿਹਾ ਸਿਮ ਪੋਰਟ ਕਰਾ ਲਓ, ਇਹ ਅਨੁਸ਼ਾਸਨ ਨਾ ਤੋੜੋ। जी ਲੇਕਿਨ ਜੇ ਬੀਜੇਪੀ ਵਾਲੇ ਇਹਦੇ ਚੋਂ ਸਿਆਸਤ ਕਰਨ, जी ਜੇ ਬੀਜੇਪੀ ਵਾਲੇ ਇਹਨੂੰ ਕੋਈ ਹੋਰ ਰੰਗ ਦੇਣ जी ਤੇ ਕੁਦਰਤੀ ਆ ਉਹਦਾ ਰਿਐਕਸ਼ਨ ਫੇਰ ਹੋਊਗਾ। बिल्कुल ਜਦੋਂ ਜ਼ਿੰਮੇਵਾਰੀ ਫਿਕਸ ਹੋਊਗੀ, ਸਿਆਸਤਦਾਨ ਬਚ ਕੇ ਨਿਕਲਣਗੇ, ਜੀ। ਜਨ ਸਧਾਰਨ ਮਾਰਿਆ ਜਾਊ। बिल्कुल सही गल। ਅਤੀਤ ਵਿੱਚ ਅਕਸਰ ਮੂਵਮੈਂਟਸ ਨੂੰ ਉਲਝਾਉਣ ਲੱਗਿਆ ਜਿਹੜੇ ਤੇਜ਼ ਤਰਾਰ ਸਿਆਸੀ ਦਿਮਾਗ ਹੈ, हाँ ਉਹਨਾਂ ਦੀਆਂ ਗੋਟੀਆਂ ਉਹ बस अमन ते शांति भंग होने का खदशा ਨਾਰਾ ਇੱਕੋ नारा इको रह जाता। लेकिन एक सवाल जरूर पूछा जाएगा जी कि जदों किसी भाजपा के आगू के घर का विरोध हो रहा, घर के बाहर धरना दिता जा रहा, तो वह नाजायज़ है, गैर संविधानिक है, शरारती अंसरां का। लेकिन जदों एक मैंबर पार्लीमेंट के घर के मोहरे धरना देने लई भाजपा की लीडरशिप जा रही होवे, फिर उन्होंने की ना दिता जाए? ਦੇਖੋ, ਇਹ ਕਹਿੰਦੇ ਆ ਕਿ ਮੇਣੋ ਮੇਣੀ ਤੇ नहीं, दोहरी दोहरी मानसिकता ਨਹੀਂ, नहीं। ਇਹ ਜਿਹੜੀ ਸ਼ਰੀਕੇਬਾਜ਼ੀ ਹੈ ਨਾ, हाँ ਇਹ ਸ਼ਰੀਕੇਬਾਜ਼ੀ ਚੱਲਦੀ ਰਹਿਣ ਦਿਓ, ਮੈਂ ਮੰਨ ਲਿਆ। अच्छा जी ਦੇਖੋ, ਰਵਨੀਤ ਬਿੱਟੂ ਬੀਜੇਪੀ ਤੇ ਹਮਲਾ ਕਰਦੇ ਆ, जी ਉਹਨਾਂ ਨੂੰ ਜਗ੍ਹਾ ਮਿਲਦੀ ਅਖਬਾਰ 'ਚ ਤੇ ਟੀਵੀ ਤੇ, जी ਤੇ ਬੀਜੇਪੀ ਵਾਲੇ ਰਵਨੀਤ ਬਿੱਟੂ ਦੇ ਘਰ ਮੂਹਰੇ ਧਰਨਾ ਦਿੰਦੇ ਆ ਤੇ ਸਪੇਸ ਉਹਨਾਂ ਨੂੰ ਵੀ ਮਿਲਦੀ। उन्होंने मिल जाती है। ਲੇਕਿਨ ਰਵਨੀਤ ਬਿੱਟੂ ਇਹਨਾਂ ਨਾਲੋਂ ਜ਼ਿਆਦਾ ਤੇਜ਼ ਆ, जी ਕਿਉਂਕਿ ਉਹਨੇ ਇੱਕ ਹੋਰ ਖਬਰ ਬਣਾ ਲਈ ਆਹ। ਕਿ ਉਹਨੇ ਘਰ ਦਾ ਹੀਟਰ ਬਾਹਰ ਰੱਖਤਾ, हीटर ਰਜਾਈਆਂ बाहर ਬਾਹਰ रखता, ਰੱਖਤੀਆਂ। गद्दे लवाते, पकौड़े बनवाते, चाह बनाती भी आ जाओ छको, नाल कह भी दिता कि 4 दिन रह के जाओ। ਦੋ ਪਹਿਲੂ ਆ। ਇੱਕ ਉਹ ਲੋਕ ਜਿਹੜੇ ਇਸ ਵੇਲੇ 4 ਮਹੀਨਿਆਂ ਤੋਂ ਬਾਹਰ ਨੇ, ਭਾਵੇਂ ਪਹਿਲਾਂ ਰੇਲ ਪਟੜੀਆਂ ਸੀ, बिल्कुल ਟੋਲ ਪਲਾਜ਼ੇ ਸੀ, ਸੜਕਾਂ ਸੀ, ਤੇ ਹੁਣ ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰ। जी ਲੇਕਿਨ ਦੂਜੇ ਬੰਨੇ ਉਹ ਸਾਰੇ ਤਾਮਝਾਮਾਂ ਜਿਹੜੇ ਸਾਨੂੰ ਜੀਂਦਾ ਰੱਖਦੇ ਆ। ਜੀ। ਸਿਆਸਤ ਜੀਂਦੇ ਰਹਿਣ ਦਾ ਨਾਂ, ਦਿਸਦੇ ਰਹਿਣ ਦਾ ਨਾਂ, ਜੀ। ਖਬਰ ਦੇ ਵਿੱਚ ਬਣੇ ਰਹਿਣ ਦਾ ਨਾਂ। ਖਬਰ ਬਣਾਉਣ ਲਈ ਜੇ ਤੁਸੀਂ ਭਾਈਚਾਰੇ ਨੂੰ ਲਾਂਬੂ ਲਾਉਂਦੇ ਹੋ, जी ਭਾਵੇਂ ਉਹ ਤੀਕਸ਼ਣ ਸੂਦ ਦੇ ਘਰ ਮੂਰੇ ਗੋਹਾ ਸੁੱਟਣ ਵਾਲੇ, जी ਭਾਵੇਂ ਤੀਕਸ਼ਣ ਸੂਦ ਵੱਲੋਂ ਕਈ ਖਾਲਿਸਤਾਨ ਦੇ ਨਾਰਿਆਂ ਵਾਲੀ ਗੱਲ, जी ਜਾਂ ਕੋਈ ਹੋਰ ਧਿਰ, ਦੇਖੋ ਉਹ ਹਰ ਧਿਰ ਉਨੀ ਜ਼ਿੰਮੇਵਾਰ ਆ ਜਿਹੜੀ ਗੈਰ ਜ਼ਿੰਮੇਵਾਰਾਨਾ ਰਵੱਈਆ ਤੇ बिल्कुल। ਵਿਹਾਰ ਕਰ। और दूसरी गल, ਉਹਦਾ ਸੇਕ ਜਿਹੜਾ ਆ ਜੀ। ਉਹ ਪੰਜਾਬ ਨੂੰ ਆਪਣੇ ਪਿੰਡੇ ਤੇ ਹਟਾਉਣਾ ਪੈਂਦਾ। ਬਹੁਤ ਹੰਡਾਇਆ, ਕੋਈ ਦੋ ਰਾਵਾਂ ਥੋੜੀ। ਜੀ। ਲੇਕਿਨ ਜੇਕਰ ਅੱਜ ਜਿਹੜੀ ਕੇਂਦਰ ਦੀ ਸਰਕਾਰ, ਜਿਹੜੀ ਬੀਜੇਪੀ ਦੀ ਮਾਂ ਹੈ, ਜੀ ਨਰਿੰਦਰ ਮੋਦੀ ਤੇ ਉਹਨਾਂ ਦਾ ਸਾਰਾ ਸੈਟਅਪ, ਜੀ ਜੇ ਉਹ ਬਿਨਾਂ ਤਾਕਤ ਦੀ ਵਰਤੋਂ ਕੀਤਿਆਂ ਗੱਲਬਾਤ ਵਿੱਚ ਉਲਝੇ ਨੇ, ਹਾਂ। ਗੱਲਬਾਤ ਕਰਨਾ ਚਾਹ ਰਹੇ ਆ, ਥੱਲੇ ਵਾਲਿਆਂ ਨੂੰ ਸਬਕ ਸਿੱਖਣਾ ਚਾਹੀਦਾ ਜੀ ਕਿ ਇਹ ਲੜਾਈ ਵਾਰਾ ਨਹੀਂ ਖਾਂਦੀ। ਨਹੀਂ, ਇਹ ਸਬਕ ਸਿੱਖਣਾ ਚਾਹੀਦਾ, ਇਹ ਬੜਾ ਡੂੰਘਾ ਲਫ਼ਜ਼ ਹੈ। ਜਾਂ ਇਹ ਕਿਹਾ ਜਾਵੇ ਕਿ ਕੀ ਜਦੋਂ ਉੱਪਰ ਵੱਡੇ ਲੋਕ ਆਮ ਤੌਰ ਤੇ ਕਹਿੰਦੇ ਨੇ, ਜਦੋਂ ਦੋ ਵੱਡੇ ਗੱਲ ਕਰ ਰਹੇ ਛੋਟਾ ਨਾ ਬੋਲੋ, ਜਦੋਂ ਉੱਪਰ ਗੱਲ ਹੋ ਰਹੀ ਆ ਫਿਰ ਇਹ ਜਿਹੜੇ ਲੋਕ ਥੱਲੇ ਬੋਲ ਰਹੇ ਨੇ, ਕੀ ਇਹ ਉਹਨਾਂ ਦੀ ਹਦਾਇਤ ਅਨੁਸਾਰ ਬੋਲ ਰਹੇ ਨੇ? ਇਹ ਸਵਾਲ ਹੈ। ਇਹਦਾ ਫੈਸਲਾ ਕਿਸੇ ਨੇ ਨਹੀਂ ਕਰਨਾ, ਇਹਦਾ ਜਵਾਬ ਕਿਸੇ ਨੇ ਨਹੀਂ ਦੇਣਾ ਸਰਦਾਰ ਸਾਹਿਬ। ਇਹ ਤਾਂ ਇੱਕ ਅੰਦਾਜ਼ਨ ਗੱਲ ਆ ਜੀ
ਕਿ ਥੱਲੇ ਵਾਲੇ ਜੋ ਕਰਦੇ ਆ ਉੱਪਰ ਵਾਲਿਆਂ ਲਈ ਉਹ ਸੌਖਾ ਹੁੰਦਾ। ਬਿਲਕੁਲ, ਦੇਖੋ ਉਹਨਾਂ ਦਾ ਰਾਹ ਸੌਖਾ ਕਰ ਰਹੇ ਸਭ ਤੋਂ ਵੱਡਾ ਬੰਦਾ ਕਹਿੰਦਾ ਹੁੰਦਾ ਯਾਰ ਮੈਂ ਨਹੀਂ ਬੋਲਣਾ, ਹਾਂ ਥੱਲੇ ਵਾਲੇ ਜੋ ਮਰਜ਼ੀ ਕਰ ਲਿਓ, ਜੀ ਮੈਂ ਕਹਿ ਦੂੰਗਾ ਕੋਈ ਨਹੀਂ, ਹਾਂ ਤੁਸੀਂ ਮੇਰੀ ਗੱਲ ਕਰੋ, ਇਹਨਾਂ ਦਾ ਕੀ ਹੈ। ਬਿਲਕੁਲ ਜਦੋਂ ਹਰਜੀਤ ਗਰੇਵਾਲ ਤਿੱਖੀ ਗੱਲ ਕਰਦਾ, ਜੀ ਜਦੋਂ ਨਰਿੰਦਰ ਤੋਮਰ ਮਿੱਠੀ ਗੱਲ ਕਰਦਾ, ਜੀ ਜਦੋਂ ਪ੍ਰਧਾਨ ਮੰਤਰੀ ਚੁੱਪ ਰਹਿੰਦਾ, ਜੀ ਇਹਦਾ ਮਤਲਬ ਹੈ ਕਿ ਸਾਰੇ ਪੈਂਤੜੇ ਇੱਕੋ ਦਿਸ਼ਾ ਨੂੰ ਤੇ ਜਾਂਦੇ। ਫਿਰ ਡਾਕਟਰ ਮਨਮੋਹਨ ਸਿੰਘ ਵੈਸੇ ਹੀ ਬਦਨਾਮ ਸੀ ਕਿ ਇਹ ਮੌਨ ਪ੍ਰਧਾਨ ਮੰਤਰੀ ਹੈ। ਦੇਖੋ ਉਹ ਤਾਂ ਮੌਨ ਪ੍ਰਧਾਨ ਮੰਤਰੀ ਸਦਾ ਲਈ ਸੀ, ਜੀ ਜੇ ਬੋਲਣਾ ਵੀ ਤੇ ਲਿਖ ਕੇ ਬੋਲਣਾ, ਲਿਖ ਕੇ ਬੋਲਣਾ, ਸਹੀ ਗੱਲ। ਲੇਕਿਨ ਇਹ ਪ੍ਰਧਾਨ ਮੰਤਰੀ ਤੇ ਕਦੇ ਚੁੱਪ ਹੀ ਨਹੀਂ ਹੋਏ। ਜੇ ਇਹ ਕਿਸੇ ਖਾਸ ਹਾਲਾਤ 'ਚ ਚੁੱਪ ਨੇ, ਚੁੱਪ ਨੇ, ਉਹ ਚੁੱਪ ਦੀ। ਉਹ ਚੁੱਪ ਜਿਹੜੀ ਹੈ ਫਿਰ ਉਹ ਵਾਕਿਆ ਹੀ ਬਹੁਤ ਖਤਰਨਾਕ ਚੁੱਪ ਹੈ। ਹੁਣ ਅਗਲੀ ਗੱਲ ਸਰਦਾਰ ਜੀ। ਸਾਹਿਬ ਕਿ ਬੀਜੇਪੀ ਪ੍ਰੈਸ ਕਾਨਫਰੰਸ ਕਰਦੀ ਹੈ, ਇੱਕ ਆਵਾਜ਼ ਗੂੰਜਦੀ ਹੈ ਕਿ ਉੱਥੇ ਜੀ ਆ ਨਾਰਾ ਲੱਗਿਆ, ਜੀ ਅੱਗੋਂ ਪ੍ਰੈਸ ਵਾਲਾ ਸੀ ਕੋਈ ਸ਼ਾਇਦ ਉਹ ਪੁੱਛਦਾ ਜੀ। ਕਿ ਵੀਡੀਓ 'ਚ ਤਾਂ ਹੈ ਨਹੀਂ। ਵੀਡੀਓ ਚ ਹੈ ਮਤਲਬ ਜਦੋਂ ਤੁਹਾਨੂੰ ਪਤਾ ਹੈ ਕਿ ਐਕਸ਼ਨ ਦਾ ਰਿਐਕਸ਼ਨ ਆ, ਰਿਐਕਸ਼ਨ ਦਾ ਐਕਸ਼ਨ ਆ, ਹਾਂ ਬਿਲਕੁਲ ਤੁਸੀਂ ਸਟੇਟਮੈਂਟ ਦਿੱਤੀ ਕਿ ਤੁਸੀਂ ਉੱਥੇ ਪਿਕਨਿਕ ਮਨਾਉਣ ਜਾਂਦੇ ਹੋ, ਬਿਲਕੁਲ ਅਗਲਿਆਂ ਨੇ ਆਣ ਕੇ ਉਹ ਕਾਰਵਾਈ ਜਿਹੜੀ ਨਹੀਂ ਸੀ ਕਰਨੀ ਚਾਹੀਦੀ ਜੀ। ਉਹ ਕਰਤੀ, ਸਹੀ ਗੱਲ ਤੇ ਉਸ ਤੋਂ ਬਾਅਦ ਪੁਲਿਸ ਦੀ ਕਾਰਵਾਈ। ਜੀ ਹੁਣ ਸਵਾਲ ਇਹ ਆ ਕਿ ਤੁਸੀਂ ਇੱਥੇ ਬੈਠੇ ਜੇ ਕਹਿੰਦੇ ਵੀ ਆਪਣੇ ਆਪ ਸਿੰਘ ਸੂਦ ਕਹਿੰਦੇ ਮੈਂ ਕਿਸਾਨ ਹਾਂ, ਜੀ ਜੇ ਭਾਈ ਕਿਸਾਨ ਹੋ ਜੀ। ਤੇ ਲੱਗੀ ਅੱਗ ਦੇ ਵਿੱਚ ਹੋਰ ਤੇਲ ਕਾਤੋਂ ਨਹੀਂ, ਸੁੱਟਦੇ? ਆਖਰ ਤੁਸੀਂ ਸਾਬਕਾ ਮੰਤਰੀ ਪੰਜਾਬ ਹੋ, ਤੁਸੀਂ ਇਸ ਪੰਜਾਬ ਦੀ ਮਾਨਸਿਕਤਾ ਨੂੰ ਸਮਝਦੇ ਹੋਵੋਗੇ। ਜੀ ਤੁਸੀਂ ਕੀ ਇਸ ਪੰਜਾਬ ਨੂੰ ਸ਼ਾਂਤ ਰੱਖਣ ਵਿੱਚ ਤੁਹਾਡਾ ਕੋਈ ਹੱਕ ਨਹੀਂ ਬਣਦਾ? ਅੱਜ ਸਰਦਾਰ ਸਾਹਿਬ ਮੈਨੂੰ ਯਾਦ ਹੈ ਕਿ ਕਦੇ ਬਲਰਾਮ ਜੀ ਦਾਸ ਟੰਡਨ, ਜੀ ਮਦਨ ਮੋਹਨ ਮਿੱਤਲ ਜੀ ਤੇ ਹੋਰ ਇੱਕ ਟੀਮ ਹੁੰਦੀ ਸੀ, ਉਹ ਇੱਕ ਭਾਈਚਾਰੇ 'ਚ ਚੱਲਦੇ ਸੀ ਲੋਕ। ਹਾਲਾਂਕਿ ਇਹ 'ਚ ਕੋਈ ਦੋ ਰਾਵਾਂ ਨਹੀਂ ਕਿ ਹਮੇਸ਼ਾ ਇੱਥੇ ਵੀ ਵੋਟਾਂ ਦਾ ਪੋਲਰਾਈਜੇਸ਼ਨ ਹੋਇਆ। ਬਿਲਕੁਲ ਸ਼ਹਿਰੀ ਵੋਟ ਅਕਾਲੀਆਂ ਨੂੰ ਵਾਇਆ ਭਾਜਪਾ ਮਿਲਦੀ ਸੀ, ਸਹੀ ਗੱਲ, ਅਕਾਲੀ ਗਵਰਨਮੈਂਟ ਵਾਇਆ ਭਾਜਪਾ ਬਣਦੀ ਸੀ, ਬਿਲਕੁਲ। ਤੇ ਜਿਹੜੀ ਪਿੰਡੂ ਵੋਟ ਸੀ ਉਹ ਤੇ ਅਕਾਲੀਆਂ ਦੀ। ਜਿਹੜੀ ਸ਼ਹਿਰੀ ਜਿਹੜੇ ਮਹਿਕਮੇ ਸੀ ਜੀ। ਉਹਨਾਂ ਦੀ ਸਰਦਾਰੀ ਵੀ ਜਿਹੜੀ ਸੀ ਉਹ ਵਾਇਆ ਅਕਾਲੀ ਦਲ ਭਾਜਪਾ ਦੇ ਹਿੱਸੇ ਆਉਂਦੀ ਸੀ। ਬਿਲਕੁਲ। ਸੋ ਗੱਲ ਇਹ ਹੈ ਕਿ ਉਹ ਗਾਂ ਤੁਰਦੀ ਰਹੀ। ਹੁਣ ਇੱਕ ਜਗ੍ਹਾ ਤੇ ਦੋਵਾਂ 'ਚ ਸਮਾਨਤਾ ਆ ਰਹੀ ਹੈ ਜੀ ਬਈ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੈ, ਜੀ ਉਹ ਵੀ ਕਹਿੰਦੇ ਸਾਨੂੰ ਸਰਕਾਰ ਤੇ ਭਰੋਸਾ ਨਹੀਂ, ਹਾਂ। ਇਹ ਵੀ ਕਹਿੰਦੇ ਸਾਨੂੰ ਸਰਕਾਰ ਤੇ ਭਰੋਸਾ ਬਿਲਕੁਲ। ਉਹ ਕਹਿੰਦੇ ਜੀ ਇੱਥੇ ਪੈਰਾਮਿਲਟਰੀ ਫੋਰਸਿਸ ਲਾਉਣੀਆਂ ਚਾਹੀਦੀਆਂ, ਤੇ ਭਾਜਪਾ ਵੀ ਅੰਦਰ ਖਾਤੇ ਚਾਹੁੰਦੀ ਕਿ ਇਸ ਵੇਲੇ ਪੰਜਾਬ ਪੁਲਿਸ ਜਿਹੜੀ ਆ ਇਹ ਕਾਂਗਰਸ ਦੇ ਇਸ਼ਾਰੇ ਤੇ ਕੰਮ ਕਰਦੀ ਹੈ, ਸਾਡੇ ਖਿਲਾਫ ਆ, ਇਸ ਕਰਕੇ ਇੱਥੇ ਬਾਹਰਲੀ ਫੋਰਸ ਲਾਤੀ ਜਾਵੇ। ਚਲੋ ਇਹ ਵੀ ਮੰਨ ਲਿਆ। ਇਸ ਤੋਂ ਅੱਗੇ ਦੋ ਕਦਮ ਚੱਲੀਏ ਕਿ ਜਦੋਂ ਤੁਹਾਡੀ ਗਵਰਨਮੈਂਟ 4 ਤਰੀਕ ਵਾਲੇ ਦਿਨ ਪੱਬਾਂ ਭਾਰ ਗੱਲ ਕਰਨ ਲਈ, ਜੀ ਤੁਸੀਂ ਇਸ ਮੌਕੇ ਤੇ ਤਣਾਅ ਕਿਉਂ ਪੈਦਾ ਕਰਦੇ ਹੋ? ਬਿਲਕੁਲ। ਕੁਝ ਜਦੋਂ ਤੁਹਾਨੂੰ ਜਿਨ੍ਹਾਂ ਵਿਅਕਤੀਆਂ ਜੀ। ਨੇ ਤੁਹਾਡੇ ਘਰਾਂ ਮੂਰੇ ਇਹ ਐਕਟ ਕੀਤਾ, ਜੀ ਉਹਨਾਂ ਦੀਆਂ ਤਸਵੀਰਾਂ ਹੋਣਗੀਆਂ, ਸਭ ਕੁਝ ਹੈ ਉਹਨਾਂ ਦੇ ਉੱਤੇ ਜੇ ਕੋਈ ਧਾਰਾ ਬਣਦੀ ਤੇ ਲਵਾ ਦਿਓ, ਜੀ, ਠੀਕ ਹੈ ਨਾ ਜੀ। ਸਹੀ ਗੱਲ ਹੈ। ਤੁਸੀਂ ਇੱਕ ਪੂਰੇ ਦੇ ਪੂਰੇ ਦੇਖੋ, ਇਹ ਗੱਲ ਜ਼ਰੂਰ ਹੋਈ, ਇਹ ਗੱਲ ਉਹਨਾਂ ਨੇ ਕਹੀ ਆ ਕਿ ਕਿਸਾਨ ਤੇ ਮੈਂ ਵੀ ਕਿਸਾਨ ਆ, ਕਿਸਾਨ ਜਥੇਬੰਦੀਆਂ ਦਾ ਕੋਈ ਲੈਣਾ ਦੇਣਾ ਨਹੀਂ ਜੀ, ਇਹ ਲੋਕ ਜਿਹੜੇ ਸੀ ਇਹ ਕੋਈ ਹੋਰ ਸੀ, ਜੀ ਇਹ ਲੜਾਈ ਜੇ ਲੜਨੀ ਆ ਤੇ ਹੋਰ ਤਰ੍ਹਾਂ ਲੜੋ। ਜੀ ਪਰ ਮੈਨੂੰ ਇੰਜ ਲੱਗਦਾ ਹੈ ਸਰਦਾਰ ਸਾਹਿਬ, ਸਿਆਸਤ ਆ ਇਹਨਾਂ ਕਰਨੀ ਆ, ਰੋਕੇ ਨਹੀਂ ਜਾ ਸਕਦੇ। ਲੇਕਿਨ ਜੇ ਥੋੜਾ ਜਿਹਾ ਗਾਂਹ ਤੁਰੀਏ ਕਿ ਜਿਹੜੀ ਗੱਲ ਦਿੱਲੀ ਦੇ ਵਿੱਚ ਵਾਪਰ ਰਹੀ, ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋਈ ਕਿਸਾਨਾਂ ਦੀ, ਜੀ ਉਹਦੇ ਵਿੱਚ ਜਿਹੜਾ ਉਹਨਾਂ ਪ੍ਰੋਗਰਾਮ ਦਿੱਤਾ, ਜਿਹਦੇ ਬਾਰੇ ਹਾਂ, ਤੁਸੀਂ ਦੱਸੋਗੇ ਡਿਟੇਲ ਬਿਲਕੁਲ। 'ਚ ਕਿ ਅਸੀਂ ਸਮਾਨਾਂਤਰ ਗਣਤੰਤਰ ਦਿਵਸ 26 ਜਨਵਰੀ ਨੂੰ ਜੀ ਟਰੈਕਟਰ ਮਾਰਚ ਕੱਢਾਂਗੇ, ਟਰੈਕਟਰ ਪਰੇਡ ਹੋਊਗੀ, ਟਰੈਕਟਰ ਪਰੇਡ ਹੋਏਗੀ। ਠੀਕ ਹੈ ਜੀ। ਹੁਣ ਇੱਕ ਟਰੈਕਟਰ ਪਰੇਡ ਪਹਿਲਾਂ ਵੀ ਆ, ਬਿਲਕੁਲ ਸ਼ਾਇਦ 6 ਤਰੀਕ ਨੂੰ 6 ਦੀ ਉਹਨਾਂ ਨੇ ਕਿਹਾ ਜੀ ਇਹ ਸੰਕੇਤਕ ਹੈ, ਜੀ। ਇਹ ਅਸੀਂ ਦੇਖਣਾ ਵੀ ਕਿਸ ਤਰ੍ਹਾਂ ਚੱਲਦੀ ਉਹਨਾਂ ਨੇ ਹੈ। 25 ਨੂੰ ਕਿਸਾਨਾਂ ਨੂੰ ਦਿੱਲੀ ਆਉਣ ਲਈ ਕਹਿਤਾ ਕਹਿਤਾ। ਵੀ ਆ ਜਾਓ। ਔਰ ਦੂਸਰੀ ਗੱਲ ਹੈ ਕਿ ਜਿੱਥੋਂ ਤੱਕ ਅਸੀਂ ਵੇਖਦੇ ਹਾਂ ਅਜੇ ਤੱਕ ਸਾਡੇ ਸਾਹਮਣੇ ਲਾਲ ਬਹਾਦਰ ਸ਼ਾਸਤਰੀ ਪਹਿਲੇ ਪ੍ਰਧਾਨ ਮੰਤਰੀ ਨੇ ਜੀ। ਜਿਹੜੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੰਦੇ ਨੇ। ਬਿਲਕੁਲ। ਔਰ ਦਿੰਦੇ ਕਦੋਂ ਨੇ? ਜਦੋਂ 1965 ਦੀ ਪਾਕਿਸਤਾਨ ਦੀ ਜੰਗ ਛਿੜਦੀ ਹੈ। ਜੀ ਉਸ ਤੋਂ ਬਾਅਦ ਤੁਸੀਂ ਗੱਲ ਕਰ ਸਕਦੇ ਹੋ ਚੌਧਰੀ ਚਰਨ ਸਿੰਘ ਦੀ, ਜਿਹੜੇ ਨਰੋਲ ਕਿਸਾਨ ਸਨ। ਉਸ ਤੋਂ ਬਾਅਦ ਜਨਾਬ ਚੰਦਰ ਸ਼ੇਖਰ, ਜੀ। ਉਹਨਾਂ ਬਾਰੇ ਕਹਿ ਸਕਦੇ ਹੋ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਕਿਸਾਨੀ ਦਾ ਅੰਸ਼ ਹੈ ਸੀ। ਜੀ ਹੁਣ ਜਦੋਂ ਹੇਠੋਂ ਲੈ ਕੇ ਉੱਪਰ ਤੱਕ ਕਿਤੇ ਕੋਈ ਕਿਸਾਨ ਨਜ਼ਰ ਹੀ ਨਹੀਂ ਆਉਂਦਾ, ਜੀ ਤੇ ਫਿਰ ਸੰਵਿਧਾਨਕ ਅਹੁਦੇ ਦੇ ਉੱਤੇ ਵੀ ਬੈਠੇ ਜਿਹੜੇ ਸ਼ਖਸ ਨੇ, ਜੀ। ਜਦੋਂ ਉਹ ਕਿਸਾਨੀ ਬਿੱਲ ਨੂੰ ਦੇਖੋ, ਕਿੰਨੇ ਮੈਂਬਰ ਪਾਰਲੀਮੈਂਟ ਗਏ ਨੇ ਕਿ ਰਾਸ਼ਟਰਪਤੀ ਕੋਲ ਕਿ ਤੁਸੀਂ ਇਹ ਬਿੱਲ ਜਿਹੜਾ ਕਾਨੂੰਨ ਬਣਿਆ ਇਹਨੂੰ ਰੱਦ ਕਰ ਦਿਓ, ਰੋਕ ਦਿਓ, ਜੀ। ਕਿਸੇ ਦੀ ਸੁਣਵਾਈ ਨਹੀਂ ਹੋਈ। ਤੇ ਫਿਰ ਸਵਾਲ ਉਹੀ ਮੇਰੇ ਵਾਲਾ ਕਿ ਉਧਰ ਤੇ ਇੱਕ ਪਰੇਡ ਜਿਹੜੀ ਆ ਉਹ ਸੰਵਿਧਾਨਕ ਅਹੁਦੇ ਨੂੰ ਸਲਾਮੀ ਦੇਵੇਗੀ, ਜੀ। ਲੇਕਿਨ ਇਹ ਜਿਹੜੀ ਪਰੇਡ ਪੈਰਲਲ ਪਰੇਡ ਚੱਲੇਗੀ 71ਵੀਂ ਗਣਤੰਤਰ ਦਿਵਸ ਦੇ ਮੌਕੇ, ਜੀ। ਇਹ ਸਲਾਮੀ ਕਿਹਨੂੰ ਦੇਵੇਗੀ? ਅੱਜ ਇੱਕ ਹੋਰ
ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਉਦੋਂ ਇੱਕ ਟਰੈਕਟਰ ਮਾਰਚ ਹਰਿਆਣੇ 'ਚ ਖੱਟੜ ਸਰਕਾਰ ਦੇ ਖਿਲਾਫ ਚੱਲ ਰਿਹਾ ਜੀ ਹੁਣ ਟਰੈਕਟਰ ਮਾਰਚ ਕਿਸਾਨੀ ਮੂਵਮੈਂਟ ਨੂੰ ਲੈ ਕੇ ਆ ਜੀ ਤੇ ਖੱਟੜ ਹੁਣੇ ਜਿਹੜੀ ਮਿਊਨਿਸਪਲ ਕਾਰਪੋਰੇਸ਼ਨਾਂ ਦੀ ਚੋਣ ਹੋਈ ਉਹਦੇ 'ਚ ਸਬਕ ਸਿੱਖ ਚੁੱਕੇ ਜੀ ਉਹਨਾਂ ਨੇ ਐਡਮਿਟ ਵੀ ਕਰ ਲਿਆ ਬਿਲਕੁਲ ਕਿ ਕਿਸਾਨ ਅੰਦੋਲਨ ਨੇ ਸਾਨੂੰ ਤਾਂ ਹਾਲਾਤ ਹਾਂ ਇਹ ਸਾਰਾ ਉਹਨਾਂ ਵੈਸੇ ਵੀ ਕਹਿ ਦਿੱਤਾ, ਕਹਿੰਦੇ ਕਿਤੇ ਵੀ ਜੇ ਕੋਈ ਲੋੜ ਪਈ ਤੇ ਮੈਂ ਮੁੱਖ ਮੰਤਰੀ ਪੁਣਾ ਛੱਡ ਦਾਂਗਾ। ਲੇਕਿਨ ਕੀ ਕਹਿੰਦੇ ਈਦ ਪਿੱਛੋਂ ਤੰਬਾ ਫੂਕਣਾ। ਹਾਂ ਜਦੋਂ ਲੋਕ ਚੱਲੇ ਸੀ ਜੀ ਤੁਸੀਂ ਰਾਹ ਦੇ ਵਿੱਚ ਅੜ ਕੇ ਬਿਲਕੁਲ ਤੁਸੀਂ ਜੋ ਆਪਣੇ ਸਿਰ 'ਚ ਉਹ ਇੱਜ਼ਤ ਮਾਣ ਕਰਾਉਣਾ ਸੀ ਕਰਵਾ ਲਿਆ। ਅੱਜ ਹੁਣ ਉਹ ਦਿਨ ਲੰਘ ਗਏ। ਸਹੀ ਗੱਲ। ਜਦੋਂ ਨੁਕਸਾਨ ਹੋ ਜਾਂਦੇ ਉਹਨਾਂ ਦੀ ਭਰਪਾਈ ਸੌਖਿਆ ਨਹੀਂ ਹੁੰਦੀ। ਸਹੀ ਗੱਲ ਹੈ। ਇਹਨਾਂ ਦੇ ਨਾਲ ਕਦੇ ਚੌਧਰੀ ਦੇਵੀ ਲਾਲ ਕਿਸਾਨਾਂ ਦੇ ਹਤੈਸ਼ੀ ਮੰਨੇ ਜਾਂਦੇ ਸੀ। ਹਾਂ ਦੇਸ਼ ਦੇ ਉਪ ਪ੍ਰਧਾਨ ਮੰਤਰੀ ਸੀ ਜੀ। ਉਹਨਾਂ ਨੂੰ ਕੁਰਸੀ ਇਸ ਕਰਕੇ ਮਿਲੀ ਸੀ ਕਿ ਕਿਸਾਨਾਂ ਦੇ ਮਸੀਹ ਆ। ਹਾਂ ਹੁਣ ਉਹਨਾਂ ਦਾ ਹੀ ਪੋਤਾ ਕਿ ਪੋਤੇ ਤੋਂ ਵੀ ਗਾਂ ਹੈ ਅਬੇ ਚਟਾਲਾ। ਹਾਂ ਨਹੀਂ ਜਿਹੜੇ ਦੁਸ਼ਯੰਤ ਚੌਟਾਲਾ ਜੇਜੇਪੀ ਵਾਲੇ ਜੀ। ਸੋ ਮੈਨੂੰ ਇੰਜ ਲੱਗਦਾ ਹੈ ਕਿ ਇਹ ਇਸ ਵੇਲੇ ਜਿੰਨੀ ਤੋਏ ਜੇਜੇਪੀ ਦੀ ਹਰਿਆਣੇ ਚ ਹੋਈ ਇਹ ਵੀ ਕੋਈ ਇਤਿਹਾਸ ਹੀ ਬਣੂਗਾ। ਜਦੋਂ ਜਿਹੜੀ ਅਨੈਲੋ ਸੀ ਇੱਕ ਤਰ੍ਹਾਂ ਨਾਲ ਖਲਾਸ ਹੋ ਗਈ ਜੀ, ਅਨੈਲੋ ਜਿਹੜਾ ਤਾਂ ਕੁਝ ਨਹੀਂ ਰਿਹਾ, ਹਾਂ, ਉਦੋਂ ਜੇਜੇਪੀ ਹੋਂਦ ਚ ਆ ਗਈ। ਹਾਂ ਤੇ ਜੇਜੇਪੀ ਵਿਦ ਇਨ ਈਅਰ ਇੱਕ ਸਾਲ ਦੇ ਅੰਦਰ ਜੇ ਉਹਦਾ ਇਹ ਹਸ਼ਰ ਹੁੰਦਾ ਇਹ ਵੀ ਦੇਖਣ ਵਾਲੀ ਗੱਲ ਹੈ। ਸੋ ਸਵਾਲ ਇਹ ਆ ਕਿ ਜਦੋਂ 4 ਵਾਲੇ ਦਿਨ ਇਹ ਮੀਟਿੰਗ ਹੈ 2 ਵਜੇ 5 ਤਰੀਕ ਨੂੰ ਜਾਂ ਸ਼ਾਇਦ 5 ਤਰੀਕ ਨੂੰ ਮੇਰੇ ਖਿਆਲ ਅਦਾਲਤ ਨੇ ਸੁਣਵਾਈ ਵੀ ਕਰਨੀ ਬਿਲਕੁਲ ਮਾਨਯੋਗ ਸੁਪਰੀਮ ਕੋਰਟ ਨੇ। ਤੇ ਨਾਲ ਦੀ ਨਾਲ ਇਹ ਵੀ ਦੇਖਣਾ ਹੋਊਗਾ ਕਿ ਗਵਰਨਮੈਂਟ ਜਿਹੜੀ ਕਿ 2 ਉਹ ਬਿੱਲ ਜਿਹੜੇ ਬਿੱਲਾਂ ਦੀ ਹੋਂਦ ਹੀ ਹੈ ਨਹੀਂ, ਬਿਜਲੀ ਵਾਲਾ ਤੇ ਪੋਲੂਸ਼ਨ ਵਾਲਾ, ਉਹ ਆਰਡੀਨੈਂਸ ਹੀ ਉਹ ਤੇ ਅਜੇ ਹੈ ਵੀ ਨਹੀਂ। ਆਰਡੀਨੈਂਸ ਵੀ ਕਿੱਥੇ ਨੇ? ਉਹਨੂੰ ਸੰਵਿਧਾਨਕ ਤੌਰ ਤੇ ਸਿਧਾਂਤਕ ਤੌਰ ਤੇ ਵਾਪਸ ਲੈਣ ਲਈ ਮੰਨ ਗਈ। ਲੇਕਿਨ ਸਵਾਲ ਇਹ ਆ ਕਿ ਜਿਹੜੇ 3 ਬਿੱਲ ਰੱਦ ਕਰਨ ਨੂੰ ਕਿਹਾ ਜਾ ਰਿਹਾ ਉਹਨਾਂ ਤੇ ਅਜੇ ਪੂਣੀ ਨਹੀਂ ਕੱਤੀ। ਗੱਲ ਤੇ ਫਿਰ ਉੱਥੇ ਆ ਗਈ ਕਿ ਪਹਿਲਾਂ ਇਹੋ ਹੀ ਕਿਹਾ ਗਿਆ ਸੀ ਕਿ 50% ਦੀ ਜਿੱਤ ਹੋ ਗਈ ਕਿਸਾਨਾਂ ਦੀ। ਹੁਣ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਆਗੂ ਕਹਿੰਦੇ ਨੇ ਕਿ 4 ਤੋਂ ਪਹਿਲਾਂ 6 ਦਾ ਪ੍ਰੋਗਰਾਮ ਦੇ ਰਹੇ ਨੇ, 4 ਤੋਂ ਪਹਿਲਾਂ 26 ਦਾ ਪ੍ਰੋਗਰਾਮ ਦੇ ਰਹੇ ਨੇ, 25 ਦਾ ਪ੍ਰੋਗਰਾਮ ਦੇ ਰਹੇ ਨੇ। ਇਹਦਾ ਮਤਲਬ ਕਿਤੇ ਨਾ ਕਿਤੇ ਸਰਕਾਰ ਦੇ ਜਿਹੜਾ ਵਤੀਰਾ ਆ ਉਹਦੇ ਪ੍ਰਤੀ ਬੇਭਰੋਸਗੀ ਕਿਸਾਨਾਂ ਦੇ ਅੰਦਰ ਅਜੇ ਵੀ ਹੈ। ਦੇਖੋ ਕਿਸਾਨਾਂ ਨੂੰ ਉੱਥੋਂ ਮਿਲਿਆ ਕੁਝ ਨਹੀਂ ਜੀ। ਜਿਹੜੀ ਸਰਕਾਰੀ ਅਨਾਉਂਸਮੈਂਟ ਸੀ ਉਹ ਸੀ 2 ਬਿੱਲ ਵਾਪਸ ਲੈਣ ਦੀ। ਕਿਸਾਨਾਂ ਵੱਲੋਂ ਤਾਂ ਕੋਈ ਨਹੀਂ ਸੀ। ਕਿਸਾਨਾਂ ਨੂੰ ਸਹਿਮਤ ਕਰ ਲਿਆ ਕਿ ਇਹਦੇ ਵੀ 2 ਪਹਿਲੂ ਸਰਦਾਰ ਸਾਹਿਬ ਜੀ। ਮੈਂ ਕਈ ਵਾਰੀ ਸੋਚਦਾ ਹਾਂ, ਦੇਖੋ ਹੋ ਸਕਦਾ ਮੈਂ ਗਲਤ ਹੋਵਾਂ, ਸਾਡਾ ਉਹਨਾਂ ਅਨੁਭਵ ਨਹੀਂ, ਲੇਕਿਨ ਜੋ ਕਿਤਾਬਾਂ ਬਾਹਰ ਆਈਆਂ ਜਿਹੜੀਆਂ ਏਜੰਸੀਆਂ ਦੇ ਮੁਖੀਆਂ ਨੇ ਲਿਖੀਆਂ ਜਾਂ ਉਹਨਾਂ ਦੇ ਵੱਡੇ ਅਫਸਰਾਂ ਨੇ ਲਿਖੀਆਂ, ਕਿਸੇ ਵੀ ਮੂਵਮੈਂਟ ਤੋਂ ਬਾਅਦ 20 ਸਾਲ 30 ਸਾਲ ਬਾਅਦ ਜਦੋਂ ਉਹਦੀ ਨਿਰਖ ਪੜਚੋਲ ਹੁੰਦੀ ਹੈ ਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੀ ਜਿਹੜੀ ਭੂਮਿਕਾ ਉਹ ਨਿੱਤਰ ਕੇ ਸਾਹਮਣੇ ਆਉਂਦੀ। ਇਸ ਵਾਰੀ ਵੀ ਇੱਕ ਕਿਤਾਬ ਹੁਣ ਇੱਕ ਕੋਈ ਸਿੱਖ ਮੁਖੀ ਸੀਗੇ, ਸ਼ਾਇਦ ਰਾਹ ਦੇ ਸੀ ਜਾਂ IB ਦੇ ਸੀ, ਉਹਨਾਂ ਨੇ ਵੀ ਲਿਖੀ ਕਿ ਇਸ ਵੇਲੇ ਜਿਹੜੇ ਕਿਸਾਨ ਆਗੂ ਉੱਥੇ ਬੈਠੇ ਆ ਉਹਨਾਂ ਨਾਲ ਕੇਂਦਰ ਦੀ ਅੱਖ ਤੇ ਕੰਨ ਇਹ ਸਾਰੇ ਦੇ ਸਾਰੇ ਅਦਾਰੇ ਤੁਸੀਂ ਗੱਲ 24 ਘੰਟੇ ਵਰਕ ਨਹੀਂ ਕਰ ਰਹੇ ਹੋਣਗੇ। ਤੁਸੀਂ ਗੱਲ ਬੜੀ ਤੁਹਾਡੀ ਗੱਲ ਟੋਕਣ ਲੱਗਾ, ਤੁਸੀਂ ਗੱਲ ਡੂੰਘਾਈ ਤੋਂ ਕਰ ਰਹੇ ਹੋ। ਮੈਂ ਉੱਪਰ ਦੀ ਤੈਰ ਦੀ ਗੱਲ ਕਰ ਰਿਹਾ। ਨਰਿੰਦਰ ਤੋਮਰ ਕੇਂਦਰੀ ਮੰਤਰੀ ਨੇ ਜਦੋਂ ਟਕੈਤ ਬੋਲਦੇ ਨੇ ਜੀ, ਮਹਿੰਦਰ ਸਿੰਘ ਟਕੈਤ ਦਾ ਪੋਤਰਾ ਉਹ ਬੋਲਦਾ ਹੈ ਤੇ ਤੋਮਰ ਜਵਾਬ ਦਿੰਦੇ ਨੇ ਕਿ ਖਾਮੋਸ਼ ਰਹੋ, ਬਹੁਤਾ ਮੂੰਹ ਖੋਲਣ ਦੀ ਲੋੜ ਨਹੀਂ, ਤੁਹਾਡੇ 40 ਕਿਸਾਨ ਜਿਹੜੇ ਨੇ ਉਹ ਸਾਡੇ ਨਾਲ ਨੇ। ਜਿੱਥੋਂ ਤੱਕ ਤੁਸੀਂ ਗੱਲ ਥੱਲੇ ਏਜੰਸੀਆਂ ਦੇ ਕੰਮ ਕਰਨ ਦੀ ਗੱਲ ਕਰ ਰਹੇ ਹੋ, ਮੈਂ ਜਦੋਂ ਇਹਨੂੰ ਥੋੜਾ ਅੱਗੇ ਵਧਾਵਾਂ ਜੀ, ਮੈਨੂੰ ਲੱਗਦਾ ਕਿ ਜਿਹੜੀ ਪਿਛਲੀ ਮੀਟਿੰਗ ਸੀ ਕਿ ਉਹ ਫਿਕਸ ਸੀ, ਕਿ ਪਿਛਲੀ ਮੀਟਿੰਗ ਜਿਹੜੀ ਸੀ ਉਹ ਜਿਹਨੂੰ ਕਹਿੰਦੇ ਆ ਪ੍ਰੀ ਡਿਟਰਮਿਨਡ ਏਜੰਡੇ ਤੇ ਸੀ ਜੀ, ਕਿ ਉਹ ਸਾਰਾ ਜਿਹੜੀ ਉਹਦੀ ਡਰਾਫਟਿੰਗ ਕੀਤੀ ਹੋਈ ਸੀ ਪਹਿਲਾਂ ਹੀ, ਕਿ ਉਹ ਸਕ੍ਰਿਪਟਡ ਸੀ, ਲਕੀਰਾਂ ਖਿੱਚੀਆਂ ਸੀ ਕਿ ਇਸੇ ਲਕੀਰ ਦੇ ਉੱਤੇ ਤੇ ਚੱਲਣਾ। ਸੋ ਮੈਨੂੰ ਇੰਜ ਲੱਗਦਾ ਕਿ ਜਿਹੜੀ ਉਸ ਦਿਨ ਦੀ ਸਾਰੀ ਗੱਲਬਾਤ ਆ ਉਹਦੇ ਵਿੱਚ ਜੋ ਕੁਝ ਵਾਪਰਦਾ ਹੈ, ਕਿਸਾਨ ਜਥੇਬੰਦੀਆਂ ਦੇ ਮੁੱਢਲੇ ਆਗੂਆਂ ਨੂੰ ਵੀ ਦੇਖੋ ਇਹ 'ਚ ਅਸੀਂ ਬਿਲਕੁਲ ਨਹੀਂ ਕਹਿ ਰਹੇ ਕਿ ਉਹਨਾਂ ਤੱਕ ਪਹੁੰਚ ਹੋਊਗੀ, ਉਹਨਾਂ ਨੂੰ ਪਤਾ ਹੋਊਗਾ। ਬਹੁਤ ਵਾਰੀ ਘੋਲ ਦੇ ਵਿੱਚ ਇਸ ਰੂਪ 'ਚ ਵੀ ਲੋਕ ਹੁੰਦੇ ਜਿਨ੍ਹਾਂ ਨੂੰ ਤੁਸੀਂ ਪਛਾਣ ਹੀ ਨਹੀਂ ਸਕਦੇ ਕਿ ਇਹ ਮਾਈਂਡ ਟਰਾਂਸਫਰਮੇਸ਼ਨ ਜਿਹੜੀ ਦਿਮਾਗਾਂ ਦੀ ਮਨਾਂ ਦੀ ਹੁੰਦੀ ਉਹ ਕੀਤੀ ਗਈ ਸੀ। ਇਹਨਾਂ ਨੁਕਤਿਆਂ ਦੇ ਉੱਤੇ ਅੱਗੇ ਚੱਲਿਆ ਜਾ ਸਕਦਾ। MSP ਦੇ ਉੱਤੇ ਬਹੁਤ ਫਸਣ ਦੀ ਜਿਹੜੀ ਗੱਲ ਹੋ ਰਹੀ ਹੈ ਕਿ MSP ਦੀ ਲੜਾਈ ਪੰਜਾਬ ਲੜ ਕੇ ਪੂਰੇ ਦੇਸ਼ ਦੀ ਲੜਾਈ ਆਪਣੇ ਸਿਰ ਪਾ ਸਕਦਾ, ਇਹ ਵੱਡੇ ਸਵਾਲ ਆ। ਇਹਨੂੰ ਤਾਂ ਕੋਈ ਅਰਥ ਸ਼ਾਸਤਰੀ ਜਾਂ ਖੇਤੀ ਮਾਹਰ ਦੱਸ ਸਕਦਾ, ਲੇਕਿਨ 3 ਕਾਨੂੰਨਾਂ ਨੂੰ ਵਾਪਸ ਕਰਾਉਣ ਵਾਲੀ ਗੱਲ ਔਰ ਇਹ ਸਾਰੇ ਮਸਲਿਆਂ ਦੇ ਉੱਤੇ ਗੱਲ ਜੇ ਅੱਗੇ ਵਧੀ ਆ ਕਿ ਇਹ ਸਕ੍ਰਿਪਟਡ ਸੀ,
ਕਿ 4 ਤਰੀਕ ਦੀ ਮੀਟਿੰਗ ਦੇ ਵਿੱਚ ਵੀ ਉਂਝ ਹੀ ਹੋਊਗਾ ਜਿਵੇਂ ਹੋਣਾ ਹੈ, ਕਿ ਇਸ ਗੱਲ ਨੂੰ ਹੌਲੀ-ਹੌਲੀ ਕਮੇਟੀ ਬਣਾਉਣ ਵੱਲ ਲਿਜਾ ਕੇ ਕਿਸਾਨਾਂ ਤੋਂ ਨਾ ਹੋਊਗੀ ਵੈਸੇ ਤੇ ਫਿਰ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਇਹ ਜਾ ਕੇ ਕਵੇ ਕਿ ਅਸੀਂ ਤਾਂ ਗੱਲਬਾਤ ਸ਼ੁਰੂ ਕਰ ਲਈ ਹੋਈ ਹੈ। ਦੇਖੋ ਅਸੀਂ ਤਾਂ ਕਿਸਾਨਾਂ ਨੂੰ, ਜਿਹੜੀ ਸੁਪਰੀਮ ਕੋਰਟ ਕਹਿ ਰਹੀ, ਅਸੀਂ ਤਾਂ ਕਿਸਾਨਾਂ ਨੂੰ ਆਫਰ ਦੇ ਚੁੱਕੇ ਹਾਂ ਬਿਲਕੁਲ ਕਿ ਤੁਸੀਂ ਸਾਰੇ ਮਸਲਿਆਂ ਤੇ ਕਮੇਟੀ ਬਣਾ ਲਓ। ਹਾਂ, ਹੁਣ ਜਦੋਂ ਇਹ ਗੱਲ ਹੋਊਗੀ ਤੇ ਉਦੋਂ ਸਰਕਾਰ ਮੰਨ ਜੂਗੀ ਕਿ ਹਾਂ ਅਸੀਂ ਰੈਡੀ ਹਾਂ ਜੀ। ਅਗਲੇ ਜਦੋਂ ਤੱਕ ਇਹ ਕਮੇਟੀ ਫੈਸਲਾ ਨਹੀਂ ਦਿੰਦੀ ਉਦੋਂ ਤੱਕ ਤੁਸੀਂ ਕਾਨੂੰਨ ਰੋਕਦੇ ਹੋ, ਸਾਨੂੰ ਕੋਈ ਇਤਰਾਜ਼ ਨਹੀਂ, ਇਹੀ ਗੱਲ ਹੋਊਗੀ। ਬਿਲਕੁਲ ਸਹੀ ਗੱਲ ਹੈ। ਸੋ ਕੀ ਇਹ ਗੱਲਬਾਤ ਨਿਰਧਾਰਤ ਟੀਚੇ ਪ੍ਰਾਪਤ ਕਰਨ ਵੱਲ ਵਧ ਰਹੀ? ਲੇਕਿਨ ਇਹਦੇ ਤੋਂ ਪਹਿਲਾਂ ਅਗਰ ਜੋ ਇਸ ਵੇਲੇ ਪੰਜਾਬ ਦੇ ਵਿੱਚ ਭਾਜਪਾ ਦੀ ਭੂਮਿਕਾ ਆ, ਅਗਰ ਕੋਈ ਸਿਆਣਾ ਵਕੀਲ ਸੁਪਰੀਮ ਕੋਰਟ ਦੇ ਸਾਹਮਣੇ ਇਹ ਨੁਕਤਾ ਉਠਾ ਦੇਵੇਗਾ ਕਿ ਬਿਲਕੁਲ ਨਹੀਂ ਜੀ, ਭਾਜਪਾ ਜਿਹੜੀ ਆ ਇੱਕ ਲੀਡਰਸ਼ਿਪ ਜਿਹੜੀ ਕਿਸਾਨਾਂ ਨਾਲ ਗੱਲ ਕਰ ਰਹੀ ਆ, ਦੂਸਰੀ ਜਿਹੜੀ ਆ ਉਹ ਹਾਲਾਤ ਨੂੰ ਦੂਸਰੇ ਪਾਸੇ ਲਿਆ ਰਹੀ ਹੈ, ਤੇ ਇਹ ਭਾਜਪਾ ਕੇਂਦਰ ਦੀ ਭਾਜਪਾ ਲਈ ਔਖਾ ਵੀ ਹੋ ਜਾਏਗਾ। ਮੇਰਾ ਖਿਆਲ ਆ ਸ਼ਾਇਦ ਸਰਦਾਰ ਸਾਹਿਬ ਸੁਪਰੀਮ ਕੋਰਟ ਇਹਨਾਂ ਛੋਟੇ ਮਸਲਿਆਂ 'ਚ ਦਖਲ ਨਹੀਂ ਦਊਗੀ। ਇਹੋ ਜਿਹੇ ਟਾਈਮ ਤੇ ਆਉਂਦੇ ਹੀ ਮਸਲੇ ਇਹੋ ਜਿਹੇ ਨੇ। ਮੈਂ ਇਹ ਕਹਿਣਾ ਹੈ ਸਰਦਾਰ ਸਾਹਿਬ, ਸਹਿਮਤ ਹਾਂ ਮੈਂ ਤੁਹਾਡੇ ਨਾਲ, ਲੇਕਿਨ ਜਦੋਂ ਬਹੁਤ ਕੁਝ ਦਾਅ ਤੇ ਲੱਗਿਆ ਹੋਵੇ ਜੀ, ਕਿਉਂਕਿ 6 ਸਾਲ ਤੋਂ ਚੱਲਦੀ ਆਉਂਦੀ ਸਰਕਾਰ ਜੇ ਤਾਂ ਕੋਈ ਵਾਲ ਵਿੰਗਾ ਨਾ ਕਰ ਸਕਿਆ, ਹਾਂ ਹੁਣ ਇੱਥੋਂ ਨਿਕਲਣਾ ਚਾਹੁੰਦੀ, ਛੁੱਟਣਾ ਚਾਹੁੰਦੀ। ਨਹੀਂ, ਵੈਸੇ ਇਹਦੇ ਨਾਲ ਮੈਂ ਤੇ ਸਹਿਮਤ ਨਹੀਂ ਹੈ ਕਿ ਇਹ ਤੇ ਜਿਹੜਾ ਕਹਿੰਦੇ ਬਹੁਤੇ ਲੰਬੇ ਚੌੜੇ ਜਿਨ੍ਹਾਂ ਦੇ 20-25 ਸਾਲ ਦਾ ਸੰਘਰਸ਼ ਹੁੰਦਾ, ਸੱਤਾ ਦੇ ਉੱਤੇ ਪਕੜ ਹੁੰਦੀ, ਉਹਨਾਂ ਦਾ ਨਹੀਂ ਪਤਾ ਲੱਗਦਾ ਰਾਤ ਤੋਂ ਰਾਤ ਕਿੱਥੇ ਚਲੇ ਗਏ ਨੇ। ਬਿਲਕੁਲ ਠੀਕ ਹੈ। ਇਹ ਤਖਤ ਨੂੰ ਤਖਤੇ 'ਚ ਬਦਲਦਿਆਂ ਇਹ ਜਿਹੜੀ ਖਲਕਤ ਆ ਕਦੀ ਕੋਈ ਵਕਤ ਨਹੀਂ। ਗੱਲ ਇਹ ਹੈ ਸਰਦਾਰ ਸਾਹਿਬ ਕਿ ਕੁਝ ਸੱਚੇ ਨੇ ਕਿ ਸੰਵਿਧਾਨਕ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਕੁਝ ਸੰਵਿਧਾਨਕ ਹੱਕ ਹਕੂਕ ਮਿਲੇ ਆ ਕਿ ਜੇਕਰ ਤੁਹਾਨੂੰ ਭਾਰੀ ਮੈਜੋਰਟੀ ਮਿਲੀ ਆ ਜੀ ਤੇ ਉਹਨੂੰ ਤੁਸੀਂ ਮੇਨਟੇਨ ਕਰਕੇ ਰੱਖ ਦਿਓ ਜੀ ਤੇ ਤੈਅ ਸਮਾਂ ਪੂਰਾ ਕਰ ਜਾਂਦੇ ਹੋ। ਲੇਕਿਨ ਇਹ ਸਾਡੀ ਮਾਨਸਿਕਤਾ ਨਹੀਂ ਹੈ। ਸਾਡੀ ਸਿਆਸਤ ਜਿਹੜੀ ਆ ਉਹ ਕਹਿੰਦੀ ਕਿ ਜੇ ਸੱਤਾ ਮਿਲ ਗਈ ਆ ਤੇ ਫਿਰ ਕਬਜ਼ਾ ਕਰ ਲਓ ਬਸ। ਮੇਰਾ ਮਤਲਬ ਕਿ ਇਹ 24 ਤੱਕ ਤਾਂ ਜਾਣਗੇ ਜੀ, ਲੇਕਿਨ ਇਹ ਡੁੱਬੂ ਕਰਦੇ ਦਿਲ ਨਾਲ ਨਹੀਂ ਜਾਣਾ ਚਾਹੁੰਦੇ। ਇਹ ਲੋਕਾਂ ਦੇ ਵਿੱਚ ਇੱਕ ਜਿਹਨੂੰ ਕਹਿੰਦੇ ਆ ਕਿ ਹਰੇ ਹੋਏ ਸਿਰ ਲੈ ਧਾਕ ਜਮਾ ਕੇ ਹਰੇ ਹੋਏ ਸਿਰ ਲੈ ਕੇ ਨਹੀਂ ਜਾਣਾ ਚਾਹੁੰਦੇ। ਇਹ ਨਹੀਂ ਚਾਹੁੰਦੇ ਵੀ ਕਿਸੇ ਅੰਦੋਲਨ ਨੇ ਤੁਹਾਡੀ ਹਉਮੈ ਮਾਰਤੀ, ਤੁਹਾਡੀ ਈਗੋ ਡੇਗਤੀ। ਬਿਲਕੁਲ। ਸੋ ਕੋਸ਼ਿਸ਼ ਕਰ ਰਹੇ ਆ ਕਿ ਉਹ ਕੋਈ ਦਰਮਿਆਨਾ ਰਸਤਾ ਮਿਲੇ ਤੇ ਉਹਦੇ ਵਿੱਚੋਂ ਦੀ ਨਿਕਲੇ ਜਾਵੇ। ਔਰ ਉਹਦੇ ਲਈ ਸਭ ਤੋਂ ਆਸਾਨ ਤਰੀਕਾ ਇਹੀ ਆ ਕਿ ਤੁਸੀਂ ਪਹਿਲਾਂ ਮਾਹੌਲ ਬਣਾ ਕੇ ਰੱਖੋ ਜੀ, ਤੁਹਾਨੂੰ ਇੰਜ ਨਾ ਲੱਗੇ ਜਿੱਦਾਂ ਰਾਜਨਾਥ ਹੋਰਾਂ ਨੇ ਕਿਹਾ ਸੀਗਾ ਕਿ ਬਿੱਲ ਨੂੰ ਪਹਿਲਾਂ ਦੇਖਤੇ ਲਓ ਸਾਲ, ਫਿਰ ਉਹਨਾਂ ਨੇ ਕਿਹਾ ਕਿ ਕਈ ਵਾਰੀ 4-4 ਸਾਲ ਲੱਗ ਜਾਂਦੇ ਨੇ। ਕਹਿਣ ਦਾ ਮਕਸਦ ਇਹੋ ਸੀ ਭਾਈ ਥੋੜਾ ਜਿਹਾ ਰਾਹ ਦਿਓ, ਅਸੀਂ ਬਾਅਦ ਚ ਆਪਣੀ ਗੱਡੀ ਆਪੇ ਬਚਾ ਕੇ ਕੱਢ ਲਾਂਗੇ, ਤੁਸੀਂ ਆਪਣਾ ਬਚਾਅ ਰੱਖੋ, ਅਸੀਂ ਆਪਣਾ ਰੱਖੀਏ। ਸਰਦਾਰ ਸਾਹਿਬ, ਸੁਪਰੀਮ ਕੋਰਟ ਦੇ ਵਿੱਚ ਵੀ ਗਵਰਨਮੈਂਟ ਸੁਪਰੀਮ ਕੋਰਟ ਦੇ ਫੈਸਲੇ ਨਾਲ ਨਹੀਂ ਜਾਣਾ ਚਾਹੁੰਦੀ ਦਿਸਦੀ। ਸਹੀ ਗੱਲ। ਉਹਨਾਂ ਦਾ ਮਨ ਸੀ ਕਿ ਉਹ ਆਪਣੇ ਆਪ ਨੂੰ ਕਾਨੂੰਨੀ ਤੌਰ ਦੇ ਉੱਤੇ ਪਾਬੰਦ ਨਹੀਂ ਕਰਨਾ ਚਾਹੁੰਦੀ। ਸੁਪਰੀਮ ਕੋਰਟ ਜੇਕਰ ਮੰਨ ਲਓ ਬਿੱਲਾਂ ਤੇ ਰੋਕ ਲਾਵੇ ਕਾਨੂੰਨਾਂ ਤੇ ਜੀ, ਤੇ ਉਹ ਉਹਨਾਂ ਦੀ ਹਾਰ ਲੱਗਦੀ ਸੀ ਜੀ। ਉਹਨਾਂ ਨੇ ਕਿਸਾਨਾਂ ਮੂਹਰੇ ਸ਼ਰਤਾਂ ਹੀ ਇਹੋ ਜਿਹੀਆਂ ਲਾਤੀਆਂ ਕਿ ਕੱਲ ਨੂੰ ਉਹਨਾਂ ਨੂੰ ਸੁਪਰੀਮ ਕੋਰਟ ਦੇ ਇਹੋ ਜਿਹੇ ਫੈਸਲਿਆਂ 'ਚ ਆਪਣੀ ਜਿੱਤ ਲੱਗੇ ਕਿ ਇਹ ਤਾਂ ਅਸੀਂ ਪਹਿਲਾਂ ਹੀ ਪ੍ਰਸਤਾਵ ਦੇ ਰਹੇ ਸੀ, ਇਹ ਪ੍ਰਪੋਜ਼ਲ ਅਸੀਂ ਪਹਿਲਾਂ ਹੀ ਪੇਸ਼ ਕਰ ਰਹੇ ਸੀ। ਜੀ। ਸੋ ਹਾਲਾਤ ਇੰਜ ਬਣ ਗਏ ਕਿ ਜਿਹੜੀਆਂ ਅਗਲੀਆਂ ਮੀਟਿੰਗਸ ਹੋਣਗੀਆਂ ਜਾਂ 4 ਤਰੀਕ ਵਾਲੀ ਹੋਣ ਵਾਲੀ ਆ ਜਾਂ ਜਿਹੜੀ ਪਿਛਲੀ 30 ਵਾਲੀ ਹੋਈ ਆ, ਉਹਦੇ 'ਚ ਮਾਹੌਲ ਇਹ ਸਿਰਜਿਆ ਗਿਆ ਕਿ ਅਸੀਂ ਬਹੁਤ ਖੁੱਲੇ ਮਨ ਨਾਲ ਕਿਸਾਨਾਂ ਨੂੰ ਹਰ ਆਫਰ ਕਰ ਚੁੱਕੇ ਹਾਂ ਤੇ ਅਖੀਰ ਦੇ ਵਿੱਚ। ਲੇਕਿਨ ਅਗਲਾ ਨੁਕਤਾ ਬੜਾ ਖਤਰਨਾਕ ਹੈ ਕਿ ਕੀ ਕਿਸੇ ਧਿਰ ਬਣੇ ਬਿਨਾ, ਕਿਸਾਨਾਂ ਨੂੰ ਧਿਰ ਬਣਾਏ ਬਿਨਾ, ਜਾਂ ਕਿਸਾਨਾਂ ਦੇ ਜਿਹੜੇ ਆਗੂ ਆ ਜਾਂ ਕਿਸਾਨ ਜਥੇਬੰਦੀਆਂ ਉਹਨਾਂ ਦੀ ਪਾਰਟਿਸਿਪੇਸ਼ਨ ਦੇ ਬਿਨਾ ਸੁਪਰੀਮ ਕੋਰਟ ਕੋਈ ਐਸਾ ਫੈਸਲਾ ਲੈਣ ਦੇ ਸੰਵਿਧਾਨਕ ਤੌਰ ਤੇ ਸਮਰੱਥ ਹੈ ਜੀ? ਕੋਈ ਡਿਕਟੇਟ ਕਰ ਸਕਦਾ? ਦੇਖੋ, ਇਹ ਤੇ ਜਿਹੜੇ ਵਿੱਚ ਵਕੀਲ ਸਾਹਿਬਾਨ ਖੜੇ ਨੇ ਜਿਹੜੇ ਇਸ ਕੇਸ ਦੀ ਪੈਰਵਾਈ ਕਰਦੇ ਪਏ ਨੇ, ਇਹ ਤੇ ਉਹਨਾਂ ਦੇ ਲਈ ਵੀ ਇੱਕ ਨੁਕਤਾ ਹੋਏਗਾ ਕਿ ਹੋ ਸਕਦਾ ਜੇ ਸੁਪਰੀਮ ਕੋਰਟ ਨੇ ਕਮੇਟੀ ਦੀ ਗੱਲ ਕੀਤੀ ਆ, ਫਿਰ ਕਿਸਾਨਾਂ ਦੀ ਨੁਮਾਇੰਦਗੀ ਜਿਹੜੀ ਆ ਜ਼ਰੂਰੀ ਆ। ਔਰ ਇਸ ਦੇ ਨਾਲ ਇਹਦੇ ਤੋਂ ਇਲਾਵਾ ਵੀ ਉਹ ਜਿਹੜੇ ਮਾਹਿਰ ਜਿਨ੍ਹਾਂ ਨੂੰ ਕਿਸਾਨ ਕਹਿਣਗੇ ਕਿ ਇਹ ਸਾਡੇ ਵੱਲੋਂ ਨੇ, ਦੂਸਰੇ ਮਾਹਿਰ ਨੇ, ਕਿਉਂਕਿ ਸਰਕਾਰ ਵਾਸਤੇ ਪਹਿਲੇ ਮਾਹਿਰ ਹੈਗੇ ਨੇ ਜਿਨ੍ਹਾਂ ਨੇ ਜੋ ਸਿਆਸਤਦਾਨਾਂ ਨੇ ਕਿਹਾ ਉਹਨਾਂ ਨੇ ਉਹ ਬਣਾ ਦਿੱਤਾ ਹੋਇਆ। ਜੀ ਬਿਲਕੁਲ। ਸੋ ਇਹ ਆਉਣ ਵਾਲੇ ਦਿਨਾਂ 'ਚ ਇਹ ਹੈ ਤੇ ਜਿਹਨੂੰ ਕਹਿੰਦੇ ਨਾ ਰੜਕੀ ਵੀ ਜੀ ਖੇਡ ਹੈ, ਕਿਸੇ ਤਨ ਪੱਤਰ ਨਹੀਂ ਹੈ। ਲੇਕਿਨ ਸਭ ਤੋਂ ਅਹਿਮ ਜਿਹੜਾ ਆ ਸਾਡੇ ਲਈ ਹੈ ਕਿ ਜਦੋਂ 4 ਤਰੀਕ ਤੱਕ ਅਸੀਂ ਇਹ ਫੈਸਲਾ ਕਰ ਲਿਆ ਕਿ ਅਸੀਂ ਹੁਣ ਅਗਲੇ ਪੜਾਅ 'ਤੇ ਗੱਲ ਕਰਨੀ ਹੈ। ਪਹਿਲਾ ਜਿਹੜਾ ਪੜਾਅ ਸੀ ਉਹਦੇ ਪ੍ਰਤੀ ਸਾਨੂੰ ਅਜੇ ਤੱਕ ਥੋੜਾ ਸ਼ੰਕਾ ਜਿਹਾ ਵੀ ਪਤਾ ਨਹੀਂ ਕੀ ਹੋਣਾ।
ਸੋ ਜਦੋਂ ਅਸੀਂ ਪਹਿਲੇ ਬਾਰੇ ਨਹੀਂ ਹੈ ਤੇ ਅਗਲੇ ਬਾਰੇ ਕਿੰਨੀ ਕੁ ਤੀਬਰਤਾ ਨਾਲ, ਕਿੰਨੀ ਕੁ ਸਹਿਜਤੇ ਨਾਲ ਗੱਲ ਕਰ ਸਕਾਂਗੇ। ਦੇਖੋ ਇਹ ਓਡਾ ਆਸਾਨ ਸਮਝਣਾ ਨਹੀਂ ਜਿਹੜਾ ਕੇਵਲ ਸਮਝ ਲਈ। ਬਿਲਕੁਲ ਬਿਲਕੁਲ ਇਹ ਇੱਕ ਬਹੁਤ ਕੰਪਲੈਕਸ ਗੇਮ ਆ ਜਿਹਦੇ ਵਿੱਚ ਸਰਕਾਰ ਕਿਸੇ ਵੀ ਕੀਮਤ ਤੇ ਝੁਕੀ ਹੋਈ ਜਾਂ ਹਰੀ ਹੋਈ ਨਜ਼ਰ ਨਹੀਂ ਆਉਣਾ। ਝੁਕੀ ਹੋਈ ਤਾਂ ਨਜ਼ਰ ਆਉਣਾ ਚਾਹੁੰਦੀ ਹੈ, ਹਰੀ ਹੋਈ ਨਜ਼ਰ ਨਹੀਂ ਆਉਣਾ ਚਾਹੁੰਦੀ। ਦੂਜੇ ਬੰਨੇ ਕਿਸਾਨ ਜਥੇਬੰਦੀਆਂ ਦੀ ਕ੍ਰੈਡੀਬਿਲਟੀ ਦਾ ਤੇ ਆ ਕਿ ਉਹ ਇੰਨੇ ਵੱਡੇ ਮਹਾਨ ਤੇ ਮਹਾਜ ਨੂੰ ਕਿਸੇ ਵੀ ਤਰੀਕੇ ਨਾਲ ਕਿਸੇ ਕਹਿੰਦੇ ਖੂਹ ਖਾਤੇ 'ਚ ਡਿੱਗਦਾ ਨਹੀਂ ਵੇਖਣਾ ਚਾਹੁੰਦੇ। ਔਰ ਜਦੋਂ ਉਹ ਐਸਾ ਵਕਤ ਜਦੋਂ ਸਾਰੇ ਹੀ ਜਿਹੜੇ ਘਾਗ ਲੋਕ ਜਿਨ੍ਹਾਂ ਨੇ ਪਿਛਲੇ 70 ਸਾਲਾਂ ਤੋਂ ਇਸ ਸੂਬੇ ਦੇ ਉੱਤੇ ਕਬਜ਼ਾ ਜਮਾਈ ਰੱਖਿਆ, ਜਦੋਂ ਉਹ ਬਾਹਰ ਨੇ ਇਸ ਖੇਡ ਦੇ ਵਿੱਚੋਂ, ਆਖਰ ਸਿਆਸਤਦਾਨ ਤੇ ਹੈ ਹੀ ਨਹੀਂ ਨਾ ਜਿਹੜੇ ਕਹਿੰਦੇ ਸੀ ਸਾਡੇ ਤੋਂ ਬਿਨਾਂ ਤੇ ਪੱਤਾ ਨਹੀਂ ਹਿਲਦਾ। ਹੁਣ ਇਹ ਸਾਰਾ ਜਿਹੜਾ ਪੱਤਾ ਹਿਲ ਰਿਹਾ ਇਹ ਉਹਨਾਂ ਤੋਂ ਬਿਨਾਂ ਹਿਲ ਰਿਹਾ। ਆਖਰ ਉਹ ਜਿਸ ਏਜੰਸੀ, ਸਰਕਾਰੀ ਏਜੰਸੀਆਂ ਦੀ ਨਿਗਾਹ ਤੇ ਇਹ ਲੋਕ ਜਿਹੜੇ ਬਾਹਰ ਬੈਠੇ ਨੇ ਇਹਨਾਂ ਦੀ ਤਾਕ ਵੀ ਤੇ ਉਧਰ ਹੀ ਨਾ, ਜਿੱਦਾਂ ਰਾਘਵ ਚੱਡਾ ਹੈ ਕੱਲ ਆਮ ਆਦਮੀ ਪਾਰਟੀ ਦੀ, ਉਹ ਕਹਿੰਦੇ ਮੁੱਖ ਮੰਤਰੀ ਦਾ ਉਮੀਦ ਚਿਹਰਾ ਵੀ ਬੜੀ ਜਲਦੀ ਐਲਾਨ ਦੇਵਾਂਗੇ। ਬਿਲਕੁਲ ਠੀਕ ਹੈ, ਲੇਕਿਨ ਦੋਸਤੋ ਇਹ ਸੱਚ ਹੈ ਕਿ ਜਿਹੜੀ ਕਿਸਾਨ ਜਥੇਬੰਦੀਆਂ ਦੀ ਇੱਕ ਲੀਡਰਸ਼ਿਪ ਹੈ ਉਹਦੇ ਸਾਹਮਣੇ ਇਹ ਬੜੀ ਤਿਲਕਵੀਂ ਗੇਮ ਆ ਔਰ ਉਹ ਬਹੁਤ ਪਿਆਰੇ ਇਨਸਾਨ ਹੈ। ਸਾਰੇ ਦੇ ਸਾਰੇ ਆਪਣੀ ਸਮਰੱਥਾ ਤੋਂ ਵੱਧ ਜ਼ੋਰ ਲਾ ਰਹੇ ਆ। ਹੁਣ ਤੱਕ ਉਹਨਾਂ ਨੇ ਬਹੁਤ ਸੰਭਲ ਕੇ ਤੁਰਨ ਦਾ ਤਰੀਕਾ ਅਪਣਾਇਆ, ਲੇਕਿਨ ਅੱਗੇ ਦੀ ਗੇਮ ਜਿਹੜੀ ਆ ਉਹਨੂੰ ਹੋਰ ਸਮਝਣ ਦੀ ਲੋੜ ਹੈ। ਉੱਥੇ ਸਿਆਣੇ ਸਿਰ ਜਿਹੜੇ ਆ ਉਹ ਸਾਥ ਹੋਣੇ ਚਾਹੀਦੇ ਆ। ਸਮੂਹ ਪੰਜਾਬੀ ਤੇ ਪੂਰੇ ਦੇਸ਼ ਦੇ ਕਿਸਾਨ ਇਸ ਵੇਲੇ ਇਸ ਮੌਕੇ ਤੇ ਗਾਂਹ ਹੋ ਕੇ ਲੜ ਰਹੇ ਆ। ਇਹ ਲੜਾਈ ਹੋਰ ਅੱਗੇ ਤਾਂ ਵੱਧ ਸਕਦੀ ਹੈ ਜੇਕਰ ਇਹਦੇ ਵਿੱਚ ਸਾਰਿਆਂ ਦਾ ਏਕਾ ਬਣਿਆ ਰਹੇ, ਪਰਸਪਰ ਵਿਸ਼ਵਾਸ ਰਹੇ, ਇੱਕ ਦੂਜੇ ਤੇ ਉਂਗਲਾਂ ਉਠਾਉਣੀਆਂ। ਕਈ ਨਵੀਆਂ ਅਖਬਾਰਾਂ ਦਾ ਰੌਲਾ ਪੈ ਗਿਆ। ਇੱਕ ਮੋਰਚਾ ਨਾਮ ਦੀ ਅਖਬਾਰ ਆਈ, ਉਹਦੇ ਉੱਤੇ ਬੜਾ ਸੰਕਟ ਬਣ ਗਿਆ ਸਰਦਾਰ ਸਾਹਿਬ। ਉਹ ਕਹਿੰਦੇ ਜੀ ਕੋਈ ਵੱਖਰੀ ਧਿਰ ਕੱਢ ਰਹੀ ਹੈ। ਟਰਾਲੀ ਟਾਈਮਸ ਆਈ ਸੀ, ਉਹਨੂੰ ਕਹਿੰਦੇ ਕਾਮਰੇਡਾਂ ਦੀ ਹੈ। ਹੁਣ ਵਾਲੇ ਕਹਿ ਰਹੇ ਆ ਜੀ ਇਹਨਾਂ ਦੇ ਬਾਰੇ ਕਲੈਰਿਟੀ ਨਹੀਂ। ਉਹਦੇ ਵਿੱਚ 2 ਲੇਖ ਲਿਖੇ ਗਏ। ਇੱਕ ਦੇ ਵਿੱਚ ਜਿਹੜੇ ਐਕਟਰ ਆ ਸਿੱਧੂ, ਕੀ ਨਾਮ ਦੀਪ ਸਿੱਧੂ, ਤੇ ਦੂਜਾ ਲੱਖਾ ਸਦਾਣਾ ਜਿਹੜੇ ਸਾਬਕਾ ਗੈਂਗਸਟਰ ਰਹੇ ਆ। ਉਹ ਗੈਂਗਸਟਰ ਤਾਂ ਭਾਵੇਂ ਉਹ ਪੁਰਾਣੀ ਗੱਲ ਹੋ ਗਈ, ਹੁਣ ਤਾਂ ਉਹ ਸਮਾਜ ਸੇਵੀ ਕਹਿੰਦੇ ਆਪਣੇ। ਇਹਨਾਂ ਦੋਵਾਂ ਨੂੰ ਉਭਾਰਿਆ ਗਿਆ। ਸੋ ਕਹਿਣ ਵਾਲੇ ਕਹਿੰਦੇ ਆ ਕਿ ਆਖਿਰ ਕਿਉਂ ਉਭਾਰਿਆ ਗਿਆ, ਕਿ ਇਹ ਲੋਕ ਜਿਹੜੇ ਆ। ਲੇਕਿਨ ਉਹਦਾ ਕਾਰਨ ਹੈ ਕਿ ਅਸਲ ਦੇ ਵਿੱਚ ਜਿੱਥੋਂ ਤੱਕ ਮੈਂ ਮਹਿਸੂਸ ਕਰਦਾ ਕਿ ਉਸ ਖੇਤਰ ਦੇ ਲਈ, ਉਸ ਖਿੱਤੇ ਦੇ ਲਈ ਅਖਬਾਰ ਕੱਢਣ ਦਾ ਮੁੱਖ ਕਾਰਨ ਤੇ ਇਹੋ ਹੀ ਸੀਗਾ, ਮਕਸਦ ਇਹੀ ਸੀ ਕਿ ਇਹ ਜਿਹੜੇ ਲੋਕ ਬੈਠੇ ਨੇ ਇਹਨਾਂ ਨੂੰ ਕੋਈ ਹੋਰ ਜਿਹੜਾ ਮੀਡੀਆ ਗੁੰਮਰਾਹ ਨਾ ਕਰ ਸਕੇ। ਇਹਨਾਂ ਤੱਕ ਜਿਹੜੇ ਲੀਡਰ ਇਹ 15 ਕਿਲੋਮੀਟਰ ਦੂਰ ਬੋਲ ਰਹੇ ਨੇ ਉਹਨਾਂ ਬਾਰੇ ਉਹਨਾਂ ਨੇ ਕੀ ਕਿਹਾ, ਉਹਨਾਂ ਦਾ ਜਿਹੜਾ ਖਿਆਲ ਆ ਉਹ ਆਖਰ ਤੱਕ, ਕੋਨੇ ਤੱਕ ਉਸੇ ਤਰ੍ਹਾਂ ਪੁੱਜ ਜਾਵੇ। ਲੇਕਿਨ ਗੱਲ ਫਿਰ ਉਹੀ ਹੋਈ ਕਿ ਉੱਥੇ ਜਿੰਨੇ ਘਰ ਨੇ ਉਨੇ ਉਹਨਾਂ ਤੋਂ ਵੱਧ ਚੁੱਲ੍ਹੇ ਨੇ। ਉਹਨਾਂ ਸਾਰਿਆਂ ਨੇ ਆਪੋ ਆਪਣੀ ਡਫਰੀ ਵਜਾਉਣੀ ਸ਼ੁਰੂ ਕਰ ਦਿੱਤੀ। ਲੇਕਿਨ ਫਿਰ ਵੀ ਉਹ ਲੋਕ ਜਿਹੜੇ ਕਿ ਹੁਣ ਜਿਸ ਤਰ੍ਹਾਂ ਪਹਿਲਾਂ ਟਰਾਲੀ ਟਾਈਮਸ ਆਇਆ, ਫਿਰ ਕਿਸਾਨ ਟਰਾਲੀ ਟਾਈਮਸ ਆ ਗਿਆ। ਅੱਛਾ, ਉਸ ਤੋਂ ਬਾਅਦ ਜਿਹੜਾ ਮੋਰਚਾ ਉਹ ਕਹਿੰਦੇ 32 ਪੇਜ ਦਾ ਦਸਤਾਵੇਜ਼ ਆਇਆ। ਹੁਣ ਕਾਰਨ ਇਹ ਆ ਕਿ 32 ਪੇਜ ਦਾ ਦਸਤਾਵੇਜ਼ ਕਿਸੇ ਸਧਾਰਨ ਦੇ ਲਈ ਇੱਕ ਬੈਠਕ ਦੇ ਵਿੱਚ ਪੜ੍ਹ ਪਾਉਣਾ ਬਹੁਤ ਔਖਾ ਹੈ। ਜਿਹੜੀਆਂ ਅਖਬਾਰਾਂ ਰੋਜ਼ ਜਾਂਦੀਆਂ ਨੇ ਉਹਨਾਂ ਦਾ ਰੂਟੀਨ ਹੁੰਦਾ, ਲੋਕਾਂ ਦੀ ਭਾਵਨਾ ਬਣੀ ਹੁੰਦੀ ਕਿ ਆ ਤੱਤੀਆਂ ਖਬਰਾਂ ਨੇ, ਆ ਠੰਡੀਆਂ ਨੇ, ਕਈ ਤਰ੍ਹਾਂ ਦੀ ਵੈਰਾਈਟੀ ਹੁੰਦੀ ਆ। ਕੋਈ ਪੜ੍ਹਲੀ ਛੱਡ, ਬਿਲਕੁਲ ਉਹ ਪੜ੍ਹੀ ਜਾਂਦੇ ਨੇ, ਗਾਂਹ ਤੁਰੀ ਜਾਂਦੇ ਨੇ। ਇੱਕ ਆਰ ਸੀ ਕਿ ਸਾਰਾ ਦਿਨ ਸਾਰਾ ਰਾਤ ਉੱਥੇ ਕਿੱਦਾਂ ਕੱਟਣੀ ਆ। ਲੇਕਿਨ ਹੁਣ ਜਦੋਂ ਇਹੋ ਜੀ ਮਾਨਸਿਕਤਾ ਤੁਰ ਪਵੇਗੀ ਕਿ ਇਹਨੂੰ ਤਾਂ ਚੜਾ ਦਿਓ ਤੇ ਇਹਨੂੰ ਠਾਂ ਸੁੱਟ ਦਿਓ, ਤੇ ਕਈ ਵਾਰੀ ਇਹੋ ਜਿਹੇ ਘੋਲ ਦੇ ਵਿੱਚ ਹੈ ਨਾ, ਬਸ ਜਿਹੜਾ ਖੇਡ ਤੋਂ ਬਾਹਰ ਬੈਠਾ ਤਾਂ ਉਹੀ ਕੁੱਟਿਆ ਜਾਂਦਾ ਕਈ ਵਾਰੀ। ਹਾਂ, ਇਹ ਸੱਚ ਹੈ ਕਿ ਕਈ ਵਾਰੀ ਜਿਹੜੇ ਬਹੁਤ ਜ਼ਿਆਦਾ ਸੁਚੇਤ ਸਿਰ ਹੁੰਦੇ ਆ, ਉਹਨਾਂ ਦਾ ਸੋਚ ਪ੍ਰਵਾਹ ਜ਼ਿਆਦਾ ਤੇਜ਼ੀ ਨਾਲ, ਤੀਬਰਤਾ ਨਾਲ ਵਗਣ ਲੱਗਦਾ। ਬਿਲਕੁਲ, ਤੇ ਉਹ ਕਈ ਵਾਰੀ ਐਕਸੀਡੈਂਟ ਦਾ ਕਾਰਨ ਬਣਦਾ। ਇਹੀ ਸੱਚ ਆ ਕਿ ਅੱਜ ਵੀ ਇੰਝ ਹੀ ਹੋ ਰਿਹਾ। ਬਹੁਤ ਸਾਰੇ ਲੋਕ ਉੱਥੇ ਸਹਿਰਤਾ ਨਾਲ ਬੈਠੇ ਆ ਜਿਨ੍ਹਾਂ ਦੀ ਗਿਣਤੀ 99% ਤੋਂ ਜ਼ਿਆਦਾ, ਲੇਕਿਨ ਜਿਹੜਾ ਮਗਰਲਾ 1% ਹੈ ਉਹਦੇ ਵਿੱਚ ਇਹ ਕਿਉਰਿਓਸਿਟੀ ਹੋ ਸਕਦੀ ਜਾਣਨ ਦੀ, ਕੁਝ ਕੱਢਣ ਦੀ, ਕੁਝ ਏਜੰਡਾ ਲੈ ਕੇ ਗਿਆ, ਕੋਈ ਉੱਥੋਂ ਹੀਰੋ ਬਣਨਾ ਚਾਹੁੰਦਾ, ਕੋਈ ਉੱਥੋਂ ਸੁਰਖੀ ਬਣਨਾ ਚਾਹੁੰਦਾ। ਲੇਕਿਨ ਇਹ ਤੱਥ ਜਿਹੜਾ ਪ੍ਰਵਾਨ ਕਰਨਾ ਚਾਹੀਦਾ ਕਿ ਇਹ ਜਿਹੜੇ ਲੋਕ ਬੈਠੇ ਨੇ ਉਹ ਲੀਡਰ ਬਣਨ ਹਰਗਿਜ਼ ਨਹੀਂ ਗਏ। ਬਿਲਕੁਲ, ਉਹਨਾਂ ਨੂੰ ਆਪਣੀ ਕਿਸਾਨੀ ਦਾ ਫਿਕਰ ਹੈ। ਉਹਨਾਂ ਨੂੰ ਇਹ ਫਿਕਰ ਹੈ ਕਿ ਸਾਡੀ ਕਣਕ ਮੌਕੇ ਸਿਰ ਜਦੋਂ ਤਿਆਰ ਹੋ ਜਾਂਦੀ, ਸਾਨੂੰ ਕੋਈ ਬਿਨਾਂ ਹੱਥ ਜੋੜਿਓ ਸਮੇਂ ਸਿਰ ਸਹੀ ਕੀਮਤ ਦੇ ਦੇਵੇ, ਖਾਦ ਜਿਹੜੀ ਸਸਤੀ ਮਿਲ ਜਾਵੇ,
ਟਿਊਬਵੈੱਲ ਦਾ ਪਾਣੀ ਮੌਕੇ ਸਿਰ ਮਿਲੇ, ਬਿਜਲੀ ਦਾ ਬਿੱਲ ਘੱਟ, ਉਹਨਾਂ ਦੀਆਂ ਲੋੜਾਂ ਬਹੁਤ ਛੋਟੀਆਂ-ਛੋਟੀਆਂ ਨੇ। ਇਹਨੂੰ ਕਹਿੰਦੇ ਆ ਮਰਦਾ ਕੀ ਨਹੀਂ ਕਰਦਾ। ਬਿਲਕੁਲ ਇਹ ਉਹ ਲੋਕ ਨੇ ਜਿਹੜੇ ਮਰਦੇ ਗਏ। ਬਿਲਕੁਲ। ਦੇਖੋ ਹੁਣ ਕਾਰਨ ਇਹ ਹੈ ਕਿ ਹੁਣ ਕਿੱਡੇ ਦੋਸ਼ ਲੱਗ ਰਹੇ ਨੇ ਜੀ, ਆਹ ਪੁਲਿਸ ਜਿਹੜੀ ਸਾਵਧਾਨੀ ਆ, ਆਹ ਸਰਕਾਰ ਸਾਵਧਾਨੀ ਆ, ਲੇਕਿਨ ਜਦੋਂ ਪਿਛਲੇ ਸਾਲਾਂ ਦਰਮਿਆਨ ਅਣਗਿਣਤ ਕਿਸਾਨ ਜਿਹੜੇ ਖੁਦਕੁਸ਼ੀਆਂ ਕਰ ਗਏ, ਕਿਸੇ ਸਰਕਾਰੀ ਤੰਤਰ ਦੇ ਖਿਲਾਫ, ਕਿਸੇ ਸਿਆਸਤਦਾਨ ਦੇ ਖਿਲਾਫ ਪਰਚਾ ਦਰਜ ਨਹੀਂ ਹੋਇਆ ਇਰਾਦਾ ਕਤਲ ਦਾ ਜਾਂ ਕਤਲ ਲਈ ਉਕਸਾਉਣ ਦਾ। ਕਿਉਂ? ਕਿਉਂਕਿ ਆਖਰ ਇਹ ਲੋਕ ਕਦੇ ਜ਼ਿੰਮੇਵਾਰ ਨਹੀਂ ਸੀ ਇਹਨਾਂ ਲੋਕਾਂ ਨੂੰ ਝੂਠੇ ਦਾਅਵੇ ਦਿਵਾਉਣ ਦੇ ਜੀ। ਲੇਕਿਨ ਹੁਣ ਜਦੋਂ ਆਪਣੇ ਤੇ ਆਉਂਦੀ ਆ, ਫਿਰ ਕਹਿੰਦੇ ਕਿ ਭਾਵੇਂ ਉਹਨੂੰ ਗੋਹਾ ਹੀ ਸੁੱਟਿਆ, 307 ਨਹੀਂ 302 ਹੀ ਲਾ ਕੇ ਫੜਾ। ਦੇਖੋ ਸਰਦਾਰ ਸਾਹਿਬ, ਸੰਵਿਧਾਨਕ ਤੌਰ ਤਰੀਕਿਆਂ ਨੇ ਆਪਣੀ ਤਰੀਕੇ ਨਾਲ ਬਿਲਕੁਲ ਸ਼ੇਪ ਲੈਣੀ ਜੀ, ਉਹ ਤਾਂ ਹੁੰਦਾ ਰਹਿਣਾ। ਹਾਂ, ਪੁਲਿਸ ਐਕਟ ਵੀ ਹੋਣੇ, ਕਾਨੂੰਨੀ ਲੜਾਈਆਂ ਵੀ ਲੜਨੀਆਂ। ਬੜੀ ਉਹ ਕਹਿੰਦੇ ਹੁੰਦੇ ਨਾ ਕਿ ਤੂਫਾਨ ਝੱਖੜ ਤੇ ਲੰਘ ਜਾਂਦੇ, ਪਿਛਲੀ ਤਬਾਹੀ ਬੜਾ ਲੋਕ ਸਾਂਭਦੇ ਰਹਿੰਦੇ। ਸੋ ਕਈ ਪਰਚੇ, ਕਈ ਕੁਝ ਹੋਣਾ ਹੈ, ਸਮਾਂ ਪੈਣ ਤੇ ਕਈਆਂ ਦੀ ਖਲਾਸੀ ਹੋ ਜਾਂਦੀ, ਕਈ ਉਮਰਾਂ ਲੰਘਾ ਜਾਂਦੇ ਜੀ। ਸੋ ਕਈ ਵਾਰੀ ਮੈਂ ਉਹ ਜਗਦੇਵ ਸਿੰਘ ਜੱਸੋਵਾਲ ਜਿਹੜੇ ਕਈ ਵਾਰੀ ਫੌਤ ਹੋਣ ਤੋਂ ਪਹਿਲਾਂ ਜਜ਼ਬਾਤੀ ਹੋ ਜਾਂਦੇ ਹੁੰਦੇ ਸੀ, ਤੇ ਉਹਨਾਂ ਨੇ ਕਈ ਬਹੁਤ ਵਾਰੀ ਜ਼ਿਕਰ ਕੀਤਾ ਵੀ ਯਾਰ ਪੰਜਾਬੀ ਸੂਬੇ ਦੇ ਮੋਰਚੇ 'ਚ ਮੇਰੀ ਜਿਹੜੀ ਮੈਨੂੰ ਫਾਈਨ ਹੋਇਆ ਸੀ, ਜੁਰਮਾਨਾ ਲੱਗਿਆ, ਸਜ਼ਾ ਦੇ ਨਾਲ ਜੁਰਮਾਨਾ, ਮੇਰਾ ਕੋਈ ਜੁਰਮਾਨਾ ਤੇ ਮਾਫ ਕਰਾ ਦਿਓ ਜੀ, ਅਜੇ ਤੱਕ ਵੀ ਗੁਨਾਹਗਾਰ ਅਖਵਾਈ ਜਾਂਦੇ। ਸੋ ਸਰਦਾਰ ਸਾਹਿਬ ਇਹ ਹੋਰ ਗੱਲ ਕਹਿੰਦੇ ਨੇ। ਅੱਜ ਵੀ ਮੈਂ ਕਿਸੇ ਨਾਲ ਗੱਲ ਹੋ ਰਹੀ ਸੀ ਤੇ ਮੈਨੂੰ ਕਹਿੰਦਾ ਜੀ ਮੋਰਚੇ ਦਾ ਕੀ ਬਣੇਗਾ। ਮੈਂ ਕਿਹਾ ਬਸ ਤੁਹਾਡੇ ਵਾਂਗੂ ਨਿਗਾਹ ਟਿਕਾਈ ਬੈਠੇ ਆ ਵੀ ਅਜੇ ਤੱਕ ਸਿਆਸਤਦਾਨਾਂ ਨੂੰ ਪਤਾ ਲੱਗਿਆ ਮੋਰਚਾ ਕੀ ਆ। ਕਹਿੰਦਾ ਸਿਆਸਤਦਾਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬੀਆਂ ਦੀ ਮਾਨਸਿਕਤਾ ਕੀ ਆ, ਵੀ ਬਾਕੀ ਤੇ ਸਾਰੇ ਜੇ ਲੜ ਵੀ ਪੈਣ ਨਾ ਮਹੱਲੇ ਦੇ ਵਿੱਚ ਤੇ ਹੰਬ ਕੇ ਪੈ ਜਾਂਦੇ। ਕਹਿੰਦਾ ਇਹ ਤੇ ਜਦ ਤੱਕ ਅਗਲਾ ਹੱਥ ਜੋੜ ਕੇ ਵੀ ਨਾ ਚੱਲ ਜਾਵੇ, ਸ਼ਹਿਰ ਨਾ ਚੜ ਜਾਏ, ਤਦ ਤੱਕ ਬੋਲਣ ਨਹੀਂ ਕਰਦੇ। ਇਹ ਸੱਚ। ਸੋ ਹਾਲਾਤ ਐਸੇ ਬਣੇ ਹੋਏ ਨੇ। ਪਰ ਇਸ ਵਾਰੀ ਪੰਜਾਬੀਆਂ ਨੇ ਜਿਸ ਤਰੀਕੇ ਦਾ ਆਪਣਾ ਵਿਹਾਰ ਦਿਖਾਇਆ, ਬਿਲਕੁਲ ਉਹ ਕਾਬਲੇ ਤਾਰੀਫ ਆ, ਉਹਦੀ ਤਾਰੀਫ ਕਰਨੀ ਬਣਦੀ ਹੈ, ਇਹਨੂੰ ਬਰਕਰਾਰ ਰੱਖਣਾ ਬਣਦਾ। ਕੋਈ ਭੜਕਾਹਟ ਵਾਲੀ ਗੱਲ ਕਿਤੇ ਵੀ ਹੋ ਰਹੇ ਉੱਤੇ ਕੰਨ ਨਹੀਂ ਧਰਨਾ ਚਾਹੀਦਾ। ਖੈਰ ਅਸੀਂ ਕੋਈ ਸਿਆਣੇ ਨਹੀਂ, ਇਹ ਜਿਹੜੀ ਵੀ ਵਿਸ਼ਲੇਸ਼ਣ 'ਚ ਗੱਲ ਆਉਂਦੀ ਆ ਉਹਨੂੰ ਅੱਗੇ ਤੋਰ ਲਈਦਾ। ਗਲਤੀ ਗੁਸਤਾਖੀ ਲਈ ਮਾਫੀ, ਬਹੁਤ ਮਿਹਰਬਾਨੀ।